ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਅਤੇ ਸਰੋਤਿਆਂ ਦਾ ਨਿੱਘਾ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਜੀ ਮੇਰੇ ਨਾਲ ਬੈਠੇ ਹੋਏ ਨੇ। ਆਓ ਉਹਨਾਂ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜੀ ਡਾਕਟਰ ਸਾਹਿਬ, ਵੈਲਕਮ ਟੂ ਅਵਰ ਸ਼ੋ। ਥੈਂਕ ਯੂ ਸੋ ਮਚ। ਜੀ ਡਾਕਟਰ ਸਾਹਿਬ, ਅੱਜ 14 ਮਈ 2015 31 ਵਿਸਾਖ ਨਾਨਕਸ਼ਾਹੀ ਸੰਮਤ 547 ਦਾ ਦਿਨ ਹੈ। ਜੀ ਡਾਕਟਰ ਸਾਹਿਬ, ਇਸ ਤੋਂ ਪਹਿਲਾਂ ਕਿ ਅਸੀਂ ਆਪਣੇ ਦਰਸ਼ਕਾਂ ਵੱਲੋਂ ਆਈਆਂ ਈਮੇਲ ਤੇ ਮੈਸੇਜ ਨੂੰ ਪੜ੍ਹੀਏ, ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦੀਆਂ ਕੁਝ ਅਹਿਮ ਘਟਨਾਵਾਂ। ਸੋ ਅੱਜ ਵਿਸਾਖ ਦਾ ਅਖੀਰਲਾ ਦਿਨ ਜਾ ਰਿਹਾ ਹੈ ਜੀ, ਤੇ ਹੁਣ ਜੇਠ ਹਾੜ ਤੱਪੇ ਤੇ ਸਾਵਣ ਭਾਦੋ ਵਸੇ। ਵੈਸੇ ਤਾਂ ਪੰਜਾਬ ਦੇ ਵਿੱਚ ਵਿਸਾਖ ਵੀ ਬੜਾ ਤੱਪਿਆ, ਬਹੁਤ ਗਰਮੀ ਪੈ ਰਹੀ ਹੈ ਉੱਥੇ ਜੀ। ਔਰ ਅੱਜ ਵਿਚਾਰ ਲਈ ਅਸੀਂ ਦੋ ਮੁੱਦੇ ਚੁਣੇ ਨੇ। ਇੱਕ ਤਾਂ ਸਾਡੇ ਭਾਰਤ ਦੇ ਪ੍ਰਧਾਨ ਮੰਤਰੀ ਸੂਟ ਬੂਟ ਕੀ ਸਰਕਾਰ ਵਾਲੇ ਜੀ, ਜਿਨ੍ਹਾਂ ਨੇ ਓਬਾਮਾ ਦੇ ਆਉਣ ਤੇ ਨਰਿੰਦਰ ਦਮੋਦਰ ਮੋਦੀ ਦਾ ਵੱਡਾ ਸੂਟ ਸਾਰੇ ਦੇ ਉੱਤੇ ਲਿਖਿਆ ਸੀ, ਪਾਇਆ ਸੀ। ਅੱਜ ਕੱਲ ਕਾਲੀਆਂ ਐਨਕਾਂ ਲਾ ਕੇ ਚੀਨ ਦੇ ਵਿੱਚ ਮਿਊਜ਼ੀਅਮ ਦੇ ਅੰਦਰ ਦੇਖ ਰਹੇ ਨੇ। ਔਰ ਬਹੁਤ ਸਾਰੀ ਜਿਹੜੇ ਟਵੀਟ ਕਰਨ ਵਾਲੇ ਨੇ ਉਹ ਕਹਿੰਦੇ ਨੇ ਕਿ ਵੀ ਨਰਿੰਦਰ ਭਾਈ ਐਨकें धूप के लिए होती हैं, अंदर नहीं एनकों से दिखता कुछ भी। पर उन्हें अपना वो लटकाया होया और कालियां एनਕਾਂ ਪੂਰਾ ਖੜਾ ਹੈ ਜਿਵੇਂ ਬਾਲੀਵੁੱਡ ਦਾ ਕੋਈ ਲਿਆਂਦਾ ਉਹਨੂੰ। ਇੱਕ ਤਾਂ ਉੱਥੇ ਅਸਲੀ ਐਕਟਰ ਹੁੰਦੇ ਨੇ, ਇੱਕ ਐਕਸਟਰਾ ਹੁੰਦੇ ਨੇ ਜੀ। ਐਕਟਰ ਤਾਂ ਸਿਰਫ ਮੂੰਹ ਮਾਂ ਦਿਖਾਉਣ ਲਈ ਹੁੰਦੇ ਨੇ, ਬਾਕੀ ਜੰਪ ਪੁੱਠੀਆਂ ਛਾਲਾਂ ਤਾਂ ਐਕਸਟਰਾ ਹੀ ਲਾਉਂਦੇ ਨੇ। ਸੋ ਐਕਸਟਰਾ ਦੀ ਤਰ੍ਹਾਂ ਖੜਾ ਹੈ। ਜਿਹੜੀ ਗੱਲ ਅੱਜ ਹਾਲਾਂਕਿ ਇੰਡੀਅਨ ਮੀਡੀਆ ਐਜ਼ ਯੂਜੂਅਲ ਬਾਹਰ ਵੀ ਜਿਹੜੇ ਉਹਨਾਂ ਦੇ ਰੈਂਟਾ ਮੀਡੀਆ ਹੈ ਉਹ ਮੋਦੀ ਦੀ ਵਿਜ਼ਿਟ ਨੂੰ ਬਹੁਤ ਕਾਮਯਾਬ ਦੱਸ ਰਹੇ ਨੇ ਜੀ। ਉਹਦੀ ਸਟੇਟ ਡਿਨਰ, ਉਹਦਾ ਇੰਨਾ ਸਵਾਗਤ ਹੋ ਰਿਹਾ ਹੈ, ਚਾਰ ਚਫੇਰੇ ਮੋਦੀ ਜੀ ਹੋ ਰਿਹਾ ਜੀ। ਪਰ ਅਸਲੀਅਤ ਸਾਹਮਣੇ ਆ ਜਾਂਦੀ ਹੈ। ਔਰ ਜਿਨ੍ਹਾਂ ਦਾ ਕਦੇ ਚਾਈਨੀਜ਼ ਨਾਲ ਵਾਹ ਪਿਆ ਹੈ, ਖਾਸ ਤੌਰ ਤੇ ਡਿਪਲੋਮੈਟਿਕ ਵਰਲਡ 'ਚ, ਜਾਂ ਜਿਨ੍ਹਾਂ ਦਾ ਕੋਈ ਥੋੜਾ ਬਹੁਤ ਇਤਿਹਾਸ ਨਾਲ ਵਾਸਤਾ ਹੈ ਔਰ ਉਹ 4-5 ਹਜ਼ਾਰ ਸਾਲ ਦੀ ਚਾਈਨੀਜ਼ ਸਿਵਲਾਈਜੇਸ਼ਨ ਨੂੰ ਸਮਝਦੇ ਨੇ, ਉਹਨਾਂ ਨੂੰ ਪਤਾ ਹੈ ਵੀ ਚੀਨੀਆਂ ਦੇ ਕੰਮ ਕਰਨ ਦਾ ਸਟਾਈਲ ਕੀ ਹੈ ਜੀ। ਉਹ ਕਹਿੰਦੇ ਕੀ ਹੁੰਦੇ ਨੇ ਜਾਂ ਦਿਖਾ ਕੀ ਰਹੇ ਹੁੰਦੇ ਨੇ, ਪਰ ਇੱਕ ਉਹਨਾਂ ਦਾ ਇੱਕ ਖਾਸ ਅੰਦਾਜ਼ ਹੁੰਦਾ ਜਿਹਦੇ 'ਚ ਉਹ ਰੌਲਾ ਰੱਪਾ ਨਹੀਂ ਪਾਉਂਦੇ। ਜਿਹੜਾ ਇੰਡੀਅਨ ਸਟਾਈਲ ਹੈ ਜਾਂ ਦੇਸੀ ਹਿੰਦੂਤਵੀ ਹੈ ਉਹ ਤੇ ਉਹੀ ਹੈ ਨਾ ਕਿ ਥੋਥਾ ਚਨਾ ਬਾਜੇ ਘਨਾ, ਜਿਹੜੇ ਆਪ ਹੀ ਇਹਨਾਂ ਦਾ ਕਹਾਵਤ ਹੈ। ਸੋ ਇਹ ਤਾਂ ਰੌਲਾ ਗੋਲਾ ਪਾਣਗੇ ਤੇ ਮਗਰੋਂ ਜਦੋਂ ਕੋਈ ਅੱਗੋਂ ਦਬਕਾ ਮਾਰੇ ਤੇ ਫਿਰ ਫੁਸਕ ਹੋ ਜਾਣਾ। ਪਰ ਚੀਨੇ ਜਿਹੜੇ ਨੇ ਉਹ ਅੰਡਰ ਸਟੇਟਮੈਂਟ ਦਿੰਦੇ ਨੇ। ਔਰ ਉਹਦੇ 'ਚ ਉਹਨਾਂ ਨੇ ਇੱਕ ਸਟੇਟਮੈਂਟ ਤਾਂ ਵਿਜ਼ਿਟ ਦੇ ਐਨ ਮੌਕੇ ਤੇ ਦਿੱਤੀ ਕਿ ਕੋਈ ਭਾਈ ਜ਼ਿਆਦਾ ਐਕਸਪੈਕਟ ਨਹੀਂ ਹੋਣਾ ਚਾਹੀਦਾ ਬਾਰਡਰ ਡਿਸਪਿਊਟ ਦੇ ਉੱਤੇ ਜੀ। ਪਰ ਜਿਹੜੀ ਬੜੀ ਫਰਮ ਜਿਹੜੀ ਚੀਨੀਆਂ ਨੇ ਆਪਣੀ ਸਟੇਟਮੈਂਟ ਦਿੱਤੀ ਜਦੋਂ ਕਿ ਮੋਦੀ ਚੀਨ ਦੀ ਸੋਇਲ ਦੇ ਉੱਤੇ ਸੀ, ਚੀਨ ਦੀ ਧਰਤੀ ਤੇ ਖੜਾ ਸੀ। ਉਹਨਾਂ ਦਾ ਆਫੀਸ਼ੀਅਲ ਨੈਟਵਰਕ ਹੈ CCTV, ਜਿਹੜਾ ਚਾਈਨੀਜ਼ ਜਿਵੇਂ ਉਹਨਾਂ ਦੀ ਆਫੀਸ਼ੀਅਲ ਨਿਊਜ਼ਪੇਪਰ ਨੇ, ਇਹ ਆਫੀਸ਼ੀਅਲ ਉਹਨਾਂ ਦਾ ਟੀਵੀ ਚੈਨਲ ਜੀ। ਉਹਦੇ ਜਦੋਂ ਉਹਨਾਂ ਨੇ ਪ੍ਰੈਜ਼ੀਡੈਂਟ ਸ਼ੀ ਔਰ ਮੋਦੀ ਨੂੰ ਮਿਲਦੇ ਦਿਖਾਇਆ ਤੇ ਬੈਕਗ੍ਰਾਉਂਡ ਦੇ ਵਿੱਚ ਨਕਸ਼ਾ ਭਾਰਤ ਦਾ ਦਿਖਾਇਆ। ਹੁਣ ਉਸ ਨਕਸ਼ੇ ਦੇ ਵਿੱਚ ਨਾ ਅਰੁਣਾਚਲ ਪ੍ਰਦੇਸ਼ ਹੈ ਨਾ ਜੰਮੂ ਕਸ਼ਮੀਰ ਹੈ ਜੀ। ਉਹ ਗਾਇਬ ਹੀ ਕਰ ਦਿੱਤੇ ਦੋਨੋਂ। ਹੁਣ ਜਦੋਂ ਗੱਲਬਾਤ ਦਾ ਸਿਲਸਿਲਾ ਜਾਂ ਦੂਜਾ ਵੀ ਹੋ ਰਿਹਾ ਤੇ ਚਾਈਨੀਜ਼ ਪ੍ਰੈਜ਼ੀਡੈਂਟ ਸ਼ੀ ਕਹਿ ਰਿਹਾ ਕਿ ਹਾਂ ਸਾਊਥ ਤਿੱਬਤ, ਕਿਉਂਕਿ ਜਿਹਨੂੰ ਇਹ ਅਰੁਣਾਚਲ ਪ੍ਰਦੇਸ਼ ਕਹਿੰਦੇ ਨੇ, ਚੀਨ ਵਾਲੇ ਨੂੰ ਸਾਊਥ ਤਿੱਬਤ ਕਹਿੰਦੇ ਨੇ, ਉਹ ਕਹਿ ਰਹੇ ਨੇ ਕਿ 2000 ਕਿਲੋਮੀਟਰ ਦਾ ਬਾਰਡਰ ਜਿਹੜਾ ਉਹਦੇ ਨਾਲ ਲੱਗਦਾ ਹੈ ਉਹਦਾ ਡਿਸਪਿਊਟ ਹੈ ਜੀ। ਹੁਣ ਜੇ ਤੁਸੀਂ ਕੱਲਾ ਸਾਊਥ ਚਾਈਨਾ ਮੰਨਦੇ ਹੋ ਕਿ ਉਹ ਡਿਸਪਿਊਟ ਹੈ, ਭਾਰਤ ਕਹਿ ਰਿਹਾ ਜੀ 4000 ਕਿਲੋਮੀਟਰ ਹੈ, ਕਿਉਂਕਿ ਅਕਸਾਈ ਚਿਨ ਔਰ ਲਦਾਖ ਨੇਫਾ ਜਿਹਦੇ ਬਾਰੇ ਇਹਨਾਂ ਦੀ ਪਾਰਲੀਮੈਂਟ ਨੇ ਮਤੇ ਕੀਤੇ ਹੋਏ ਨੇ ਜੀ 60000 ਸਕੁਅਰ ਕਿਲੋਮੀਟਰ ਅਸੀਂ ਭਾਰਤ ਦੇ ਸਪੂਤ ਨਹੀਂ ਜੇ ਚੀਨ ਤੋਂ ਵਾਪਸ ਨਾ ਲਈਏ ਜੀ। ਬਟ ਜਿਹੜੀ ਅੰਡਰਸਟੇਟਮੈਂਟ ਹੈ ਕਿ ਉਸ ਨਕਸ਼ੇ ਦੇ ਨਾਲ ਉਹਨਾਂ ਨੇ ਦੱਸ ਦਿੱਤਾ ਕਿ ਅਰੁਣਾਚਲ ਤਾਂ ਸਾਡਾ ਹੈ ਹੀ ਹੈ। ਅਸੀਂ ਅੱਗੇ ਹੁੰਦਾ ਸੀ ਕਿ ਵੀ ਉਨਾ ਹਿੱਸਾ ਦਿਖਾ ਦਿੰਦੇ ਸੀ ਇੰਡੀਅਨ ਆਕੂਪਾਈਡ ਕਸ਼ਮੀਰ ਵਾਲਾ ਜਾਂ ਦੂਜਿਆਂ ਦਾ, ਜਾਂ ਦਿਖਾ ਕੇ ਉਹਦੇ ਤੇ ਡਿਸਪਿਊਟਡ ਟੈਰੀਟਰੀ ਲਿਖ ਦਿੰਦੇ ਸੀ। ਪਰ ਇਸ ਵਾਰੀ ਉਹਨਾਂ ਨੇ ਕਸ਼ਮੀਰ, ਜੰਮੂ ਕਸ਼ਮੀਰ ਸਾਰੇ ਦਾ ਸਾਰਾ ਹੀ ਗਾਇਬ ਕਰ ਦਿੱਤਾ ਜੀ। ਹੁਣ ਇਹ ਰੀਅਲ ਜਿਹੜਾ ਚਾਈਨੀਜ਼ ਦਾ ਇਹਨਾਂ ਨੂੰ ਜਵਾਬ ਹੈ ਕਿ ਤੁਸੀਂ ਚੜੋ ਅਮਰੀਕਾ ਦੇ ਮੋਢਿਆਂ ਤੇ ਕਿ ਵੀ ਇਹ ਤਾਂ ਅਸੀਂ ਲੈਣਾ ਹੈ ਸਾਊਥ ਤਿੱਬਤ, ਜੰਮੂ ਕਸ਼ਮੀਰ ਵੀ ਨਹੀਂ ਤੁਹਾਡੇ ਕੋਲ ਰਹਿਣ ਦੇਣਾ। ਔਰ ਇਸ ਦੇ ਉੱਤੇ ਮੈਂ ਸਮਝਦਾ ਕਿ ਵੀ ਕਾਂਗਰਸ ਨੇ ਜਿਹੜੀ ਕਿ ਖੁਦ ਉਹਦੀ ਫੋਰਨ ਪਾਲਿਸੀ ਦੇ ਵਿੱਚ ਵੀ ਕਾਫੀ ਜਿਹੜੀਆਂ ਨੇ ਕਮਜ਼ੋਰੀਆਂ ਰਹੀਆਂ ਨੇ, ਪਰ ਉਹਨਾਂ ਨੇ ਠੀਕ ਟਾਈਮਿੰਗ ਚੁਣੀ। ਉਹਨਾਂ ਨੇ ਕਿਹਾ ਜੀ ਵੀ ਅਸਲੀ ਗੱਲ ਦੱਸੋ ਕਿ ਵੀ ਜਿਹੜੇ ਵੀਜ਼ੇ ਅਰੁਣਾਚਲ ਦੇ ਰਹਿਣ ਵਾਲੇ ਅਪਲਾਈ ਕਰਦੇ ਨੇ ਚੀਨ ਦੇ ਲਈ ਭਾਰਤ ਤੋਂ,
ਉਹਨਾਂ ਨੂੰ ਉਹ ਪਾਸਪੋਰਟ ਦੇ ਉੱਤੇ ਵੀਜ਼ਾ ਨਹੀਂ ਦਿੰਦੇ, ਉਹਨੂੰ ਸਟੇਪਲਡ ਵੀਜ਼ਾ ਕਹਿੰਦੇ ਨੇ, ਕਿਉਂਕਿ ਉਹ ਪਾਸਪੋਰਟ ਤੇ ਦੇਣ ਇੰਡੀਅਨ ਪਾਸਪੋਰਟ ਤੇ ਫਿਰ ਤਾਂ ਹੋ ਗਿਆ ਕਿ ਅਰੁਣਾਚਲ ਜਾਂ ਸਾਊਥ ਤਿੱਬਤ ਇੰਡੀਆ ਦਾ ਹਿੱਸਾ ਹੈ। ਹੁਣ ਇਹ ਇੱਕ ਮੇਜਰ ਇਸ਼ੂ ਹੈ। ਔਰ ਜਿਹੜਾ ਇਹਨਾਂ ਦਾ ਇੱਕ ਵਜ਼ੀਰ ਕਿਰਨ ਰਿਜੂ, ਉੱਥੋਂ ਇੱਕ MP ਇਹਨਾਂ ਦਾ ਜਿਹੜਾ ਉੱਥੋਂ ਅਰੁਣਾਚਲ ਚੋਂ ਜਿੱਤ ਕੇ ਆਇਆ BJP ਦਾ, ਲਾਸਟ ਟਾਈਮ ਜਦੋਂ ਚਾਈਨੀਜ਼ ਪ੍ਰੈਜ਼ੀਡੈਂਟ ਇੰਡੀਆ 'ਚ ਆਇਆ ਔਰ ਉਹਨਾਂ ਨੇ ਡਿਨਰ ਤੇ ਨਹੀਂ ਸੀ ਸੱਦਿਆ ਕਿ ਵੀ ਚਾਈਨੀਜ਼ ਪ੍ਰੈਜ਼ੀਡੈਂਟ ਨਾਰਾਜ਼ ਨਾ ਹੋ ਜਾਏ, ਆਪਣੇ MP ਨੂੰ ਹੀ ਨਹੀਂ ਸੱਦਿਆ ਸੀ। ਹੁਣ ਉਹ ਪੁੱਛ ਰਹੀ ਹੈ ਕਾਂਗਰਸ, ਐਂਡ ਰਾਈਟਲੀ ਸੋ, ਕਿ ਪਹਿਲਾਂ ਤੁਸੀਂ ਦੱਸੋ ਵੀ ਬਾਰਡਰ ਦੇ ਉੱਤੇ ਕੀ ਪ੍ਰੋਗਰੈਸ ਹੈ, ਫਿਰ ਦੱਸੋ ਕਿ ਵੀ ਜਿਹੜਾ ਇਹ ਸਟੇਪਲਡ ਵੀਜ਼ੇ ਦੀ ਗੱਲ ਸੀ ਉਹਦੇ ਬਾਰੇ ਤੁਸੀਂ ਕੀ ਕਰ ਰਹੇ ਹੋ। ਸੋ ਕੁੱਲ ਮਿਲਾ ਕੇ, ਜਿਵੇਂ ਅਸੀਂ ਅੱਗੇ ਵੀ ਜ਼ਿਕਰ ਕੀਤਾ ਸੀ 2 ਦਿਨ ਪਹਿਲਾਂ, ਐਨਾਲਾਈਜ਼ ਕੀਤਾ ਸੀ ਤਾਂ ਬਿਜ਼ਨਸ ਵਾਈਜ਼ ਕੀਤਾ ਸੀ ਕਿ ਜਿਹੜਾ ਅਲਟੀਮੇਟਲੀ 35-36 ਬਿਲੀਅਨ ਡਾਲਰ ਦਾ ਆਪਸੀ ਇੱਕ ਉਹਦੇ ਚ ਖੱਪਾ ਹੈ ਜਾਂ ਘੱਟ ਹੈ ਕਿ ਚਾਈਨੀਜ਼ ਐਕਸਪੋਰਟ ਮੋਰ ਕਰਦੇ ਨੇ ਇੰਡੀਆ ਨੂੰ, ਭਾਰਤ ਦੀ ਡੈਫਿਸਿਟ ਜਿਹਨੂੰ ਕਹਿੰਦੇ ਨੇ, ਖਸਾਰਾ, ਉਹਨੂੰ ਫੁੱਲਫਿਲ ਕਰਨਾ ਆਪਣੇ ਵਪਾਰੀਆਂ ਦਾ ਡੈਲੀਗੇਸ਼ਨ ਲੈ ਗਿਆ। ਪਰ ਅਜੇ ਤੱਕ ਕੋਈ ਇਸ ਕਿਸਮ ਦੀ ਗੱਲ ਵੀ ਸਾਹਮਣੇ ਨਹੀਂ ਆਈ ਹੈ ਜਿਹਦੇ ਤੋਂ ਇਹ ਲੱਗਾ ਹੋਏ ਕਿ ਚਾਈਨੀਜ਼ ਨੇ ਇਹਨਾਂ ਨੂੰ ਕੋਈ ਟ੍ਰੇਡ ਕੰਸੈਸ਼ਨ ਵੀ ਦਿੱਤੇ ਹੋਣ। ਹਾਲਾਂ ਮੋਦੀ ਕਹਿ ਰਿਹਾ ਜੀ ਜਿਹੜਾ ਤੁਸੀਂ 40 ਬਿਲੀਅਨ ਡਾਲਰ ਪ੍ਰੋਮਿਸ ਕੀਤਾ ਹੈ ਕਿ ਤੁਸੀਂ ਸਾਡੀ ਜਿਹੜੀ ਉਹ ਬੁਲਟ ਟ੍ਰੇਨ ਹੈ ਉਹਦੇ ਚ ਸਾਨੂੰ 20 ਬਿਲੀਅਨ ਦਿਓ, ਜੋ ਮੰਗ ਰਹੇ ਨੇ ਮੰਗਤਿਆਂ ਦੀ ਤਰ੍ਹਾਂ, ਪਰ ਨਾ ਚਾਈਨਾ ਨੇ ਟ੍ਰੇਡ ਦੇ ਮੁੱਦੇ 'ਚ ਕੋਈ ਗਰਾਊਂਡ ਸ਼ੀਲਡ ਕੀਤੀ ਤੇ ਨਾਲ ਹੀ ਆਪਣਾ ਅਰੁਣਾਚਲ ਤੇ ਕਸ਼ਮੀਰ ਵੀ ਗਵਾ ਕੇ ਆ ਗਏ। ਜੇ ਕਹਿਣਾ ਹੋਏ ਤੇ ਉਹ ਸ਼ਾਹ ਮੁਹੰਮਦ ਦੀ ਗੱਲ ਹੈ ਕਿ ਘਰੋਂ ਗਏ ਫਰੰਗੀ ਦੇ ਮਾਰਨੇ ਨੂੰ, ਅੱਗੋਂ ਚਾਬੀਆਂ ਹੱਥ ਫੜਾਏ ਗਏ ਤਾਂ ਸੀ ਜੀ ਫਰੰਗੀ ਨੂੰ ਮਾਰ ਕੇ ਆਵਾਂਗੇ, ਤੇ ਸ਼ਾਹ ਮੁਹੰਮਦ ਆਖਦੇ ਲੋਕ ਸਿੰਘ ਜੀ ਤੁਸੀਂ ਚੰਗੀਆਂ ਪੂਰੀਆਂ ਪਾਏ। ਹੁਣ ਗਏ ਤਾਂ ਸੀ ਕਿ ਵੀ ਅਸੀਂ ਉਹ ਲਵਾਂਗੇ ਜੀ ਟ੍ਰੇਡ ਜਿਹੜਾ ਡੈਫਿਸਿਟ ਹੈ ਉਹਨੂੰ ਅਸੀਂ ਫੁੱਲਫਿਲ ਕਰਾਵਾਂਗੇ, ਤੇ ਆਪਣਾ ਜੰਮੂ ਕਸ਼ਮੀਰ ਤੇ ਅਰੁਣਾਚਲ ਵੀ ਗਵਾ ਕੇ ਆਏ। ਹੁਣ ਜੇ ਉਹਨਾਂ ਦਾ ਆਫੀਸ਼ੀਅਲ ਚੈਨਲ ਇੰਡੀਆ ਦਾ ਮੈਪ ਜਿਹੜਾ ਹੈ ਉਸ ਚੋਂ 2 ਸਟੇਟਾਂ ਇਹਨਾਂ ਦੀਆਂ ਗਾਇਬ ਕਰ ਰਿਹਾ, ਸੋ ਜ਼ਾਹਰ ਹੈ ਵੀ ਮੈਸੇਜ ਉਹਨਾਂ ਨੇ ਕੀ ਦਿੱਤਾ ਹੈ। ਸੋ ਚਾਈਨੀਜ਼ ਦਾ ਇਹ ਸਟਾਈਲ ਹੈ ਕਿ ਉਹਨਾਂ ਨੇ, ਔਰ ਇਸ ਤੋਂ ਪਹਿਲਾਂ ਅਸੀਂ ਜਿਵੇਂ ਕੱਲ ਡਿਸਕਸ ਕੀਤਾ ਸੀ ਵੀ ਕਿਵੇਂ ਉਹਨਾਂ ਨੇ ਇੱਕ ਮਿਸਟੀਰੀਅਸ ਆਬਜੈਕਟ ਸਪੇਸ ਦੇ ਵਿੱਚ ਛੱਡਿਆ ਨਹੀਂ, ਜਿਹੜਾ ਜਿੱਥੇ ਇਹਨਾਂ ਦੀਆਂ ਸੈਟੇਲਾਈਟਸ ਨੇ, ਔਰ ਇਹ ਅਮਰੀਕਨ ਡਿਫੈਂਸ ਡਿਪਾਰਟਮੈਂਟ ਦੀ ਰਿਪੋਰਟ ਹੈ। ਫਿਰ ਇੰਡੀਅਨ ਓਸ਼ਨ ਜਿੱਥੇ ਹੁਣ ਤੱਕ ਉਹਨਾਂ ਨੇ ਕਦੇ ਨਿਊਕਲੀਅਰ ਲੈਸ ਸਬਮੈਰੀਨਸ ਨਹੀਂ ਸੀ ਰੱਖੀਆਂ, 69 ਨੇ ਉਹਨਾਂ ਦੇ ਕੋਲ, ਇਹਨਾਂ ਕੋਲ 14 ਨੇ, ਉਹ ਵੀ ਇੱਕ ਰੂਸ ਤੋਂ ਉਧਾਰੀ ਲਈ ਹੋਈ ਹੈ, ਉਹ ਜਿਹੜੀਆਂ ਨੇ ਇੰਡੀਅਨ ਓਸ਼ਨ ਦੇ ਵਿੱਚ ਗੇੜੇ ਦੇ ਰਹੀਆਂ ਪੂਰੀਆਂ ਨਿਊਕਲੀਅਰ ਨਾਲ ਲੈਸ। ਹੁਣ ਉੱਥੇ ਸਪੇਸ 'ਚ, ਇੱਥੇ ਪਾਣੀ 'ਚ ਤੇ ਧਰਤੀ ਦੇ ਉੱਤੇ ਉਹਨਾਂ ਨੇ ਨਕਸ਼ਾ ਇੰਡੀਆ ਨੂੰ ਦਿਖਾ ਦਿੱਤਾ ਕਿ ਵੀ ਇਹ ਅਰੁਣਾਚਲ ਔਰ ਜੰਮੂ ਕਸ਼ਮੀਰ ਤੁਹਾਡਾ ਨਹੀਂ ਹੈ। ਔਰ ਨਾਲ ਦੀ ਨਾਲ ਇੱਕ ਹੋਰ ਜਿਹੜੀ ਡਿਵੈਲਪਮੈਂਟ ਜਿਹਦੇ ਤੋਂ ਇਹ ਲੱਗਦਾ ਹੈ ਵੀ ਇਹੀ ਮੋਦੀ ਜਿਹੜਾ ਜਾ ਕੇ ਅਰੁਣਾਚਲ 'ਚ ਖਲੋ ਕੇ ਚੋਣ ਆਪਣੇ ਮੁਹਿੰਮ ਦੇ ਦੌਰਾਨ ਕਹਿੰਦਾ ਸੀ ਕਿ ਜੀ ਇਹ ਲੈਂਡ ਆਫ ਦਾ ਰਾਈਜ਼ਿੰਗ ਸਨ, ਕਿ ਜਿੱਥੋਂ ਸੂਰਜ ਚੜ੍ਹਦਾ ਹੈ, ਅਸੀਂ ਇੱਥੋਂ ਮੈਸੇਜ ਦੇ ਰਹੇ ਹਾਂ ਕਿ ਵੀ ਕੀ ਹੈ। ਹੁਣ ਐਨ ਮੋਦੀ ਦੇ ਦੌਰੇ ਤੋਂ ਪਹਿਲਾਂ ਅਮਿਤ ਸ਼ਾਹ ਨੇ, ਜਿਹੜਾ ਪ੍ਰੈਜ਼ੀਡੈਂਟ ਹੈ BJP ਦਾ, ਉਹ ਦਲਾਈ ਲਾਮੇ ਨੂੰ ਮਿਲਣਾ ਸੀ, ਤੇ ਚਾਈਨਾ ਨੇ ਡਿਪਲੋਮੈਟਿਕਲੀ ਇਹਨਾਂ ਨੂੰ ਘੂਰੀ ਮਾਰੀ ਹੋਣੀ ਹੈ, ਬਾਹਰ ਨਹੀਂ ਆਈ ਗੱਲ। ਉਹਨਾਂ ਨੇ ਕਿਹਾ ਹੋਣਾ ਵੀ ਜੇ ਇਹਨੇ ਮਿਲਣਾ ਦਲਾਈ ਲਾਮੇ ਨੂੰ ਫਿਰ ਤੂੰ ਨਾ ਆਈ ਇੱਥੇ ਚੀਨ। ਸੋ ਐਨ ਮੌਕੇ ਦੇ ਉੱਤੇ ਅਮਿਤ ਸ਼ਾਹ ਨੇ ਦਲਾਈ ਲਾਮੇ ਨਾਲ ਆਪਣੀ ਮੁਲਾਕਾਤ ਕੈਂਸਲ ਕਰ ਲਈ। ਹੁਣ ਇਹ ਜਿਹੜਾ 56 ਇੰਚ ਦਾ ਸੀਨਾ ਕਹਿੰਦਾ ਸੀ ਕਿ ਮੇਰਾ 56 ਇੰਚ ਦਾ ਸੀਨਾ ਹੈ, ਸੀਨੇ ਦੇ ਵਿੱਚ ਤਾਂ ਲੱਗਦਾ ਵੀ ਉਹ ਕੀ ਹੁੰਦਾ, ਗੁਜਰਾਤੀ ਕਿਹੜਾ ਇਹ ਫੂਡ ਖਾਂਦੇ ਨੇ ਬੜਾ, ਢੋਕਲਾ। ਹਾਂ ਢੋਕਲਾ, ਉਹ ਲੱਗਦਾ ਉਹ ਸੀਨੇ 'ਚ ਕੋਈ ਬਲੱਡ ਬੋਨਸ ਨਹੀਂ ਹੈਗੀਆਂ, ਉਹ ਢੋਕਲਾ ਹੀ ਭਰਿਆ ਹੋਇਆ ਜੀ। ਔਰ ਹੁਣ 56 ਇੰਚ ਦਾ ਸੀਨਾ, ਦਲਾਈ ਲਾਮੇ ਨਾਲ ਮੀਟਿੰਗ ਕੈਂਸਲ, ਉੱਥੇ ਜਾ ਕੇ ਆਪਣਾ ਜੰਮੂ ਕਸ਼ਮੀਰ ਵੀ ਗਵਾਇਆ, ਅਰੁਣਾਚਲ ਤਾਂ ਪਹਿਲਾਂ ਹੀ ਚੀਨ ਵਾਲੇ ਕਹਿੰਦੇ ਸੀ ਵਪਾਰੀਆਂ ਦੇ ਹੱਥ ਪੱਲੇ ਵੀ ਕੁਝ ਨਹੀਂ ਆਇਆ, ਕਾਲੀਆਂ ਐਨਕਾਂ ਲਾ ਕੇ ਅੰਦਰ ਉੱਥੇ ਮਿਊਜ਼ੀਅਮ 'ਚ ਐ ਘੁੰਮ ਰਿਹਾ ਜਿਵੇਂ ਬਿੱਲੀ ਜਿਹੜੀ ਹੈ ਉਹ ਘੁੰਮ ਰਹੀ ਹੋਇਆ ਆਪਣੇ ਬਲੂੰਗੜੇ ਲੱਭਦੇ। ਸੋ ਹੁਣ ਇਹਨੂੰ ਕਹੀ ਜਾਓ ਬਹੁਤ ਸਫਲ ਦੌਰਾ ਹੋ ਗਿਆ ਜੀ, ਮੋਦੀ ਜੀ ਕੋ ਇਹ ਕਹਿ ਦਿਆ, ਮੋਦੀ ਜੀ ਕੋ ਉਹ ਕਹਿ ਦਿਆ, ਉਹਨੂੰ ਕੀ ਕਹਿਣਾ, ਚੀਨੀਆਂ ਨੇ ਵੀ ਕਿਹਾ ਵੀ ਚੱਲ ਪਾਸੇ ਹੋ ਭਾਈ ਜੀ। ਸੋ ਇਹ ਇਹਨਾਂ ਦੀ ਸਕਸੈਸ ਹੈ ਦੌਰੇ ਦੀ, ਬਹੁਤ ਕਾਮਯਾਬ ਰਿਹਾ ਮੋਦੀ ਦਾ ਦੌਰਾ ਜੀ। ਹੁਣ ਦੂਸਰੀ ਖਬਰ ਜਿਹੜੀ ਅਸੀਂ ਕੱਲ ਡਿਸਕਸ ਕਰਨਾ ਚਾਹੁੰਦੇ ਸੀ ਪਰ ਅਖੀਰ 'ਚ ਟਾਈਮ ਦੀ ਸੀਮਾ ਕਰਕੇ, ਪਰ ਮੈਂ ਇਹਦੀ ਇੰਪੋਰਟੈਂਸ ਨੂੰ ਸਮਝਦਿਆਂ ਫਿਰ ਵੀ ਪਿਕ ਕੀਤਾ ਹੈ ਬਹੁਤ ਵਾਰ, ਕਿਉਂਕਿ ਇਹ ਖਬਰ ਪੜ੍ਹਦੇ ਆ ਜਿੱਥੇ ਮੇਰੇ ਮਨ 'ਚ ਪੋਪ ਦੇ ਲਈ ਜਿਹੜਾ ਵੈਟੀਕਨ ਦਾ ਮੁਖੀ ਹੈ, ਔਰ ਜਿਹੜੀ ਵੈਟੀਕਨ ਦੀਆਂ ਮੇਨ ਐਮਬੈਸੀਜ਼ ਨੇ ਦੁਨੀਆ 'ਚ ਹੁੰਦੀਆਂ, ਉਹਨੂੰ ਹੋਲੀ ਸੀ ਕਹਿੰਦੇ ਨੇ, ਇਹ ਉਹਨਾਂ ਦਾ ਹੋਲੀ ਪਵਿੱਤਰ ਤੇ ਸੀ ਦੇ ਨਾਂ ਥੱਲੇ ਜੀ। ਔਰ ਅਕਸਰ ਜਦੋਂ ਸਾਡੇ ਇੱਥੇ ਜਿਹੜੇ ਅੰਗਰੇਜ਼ੀ ਜਿਨ੍ਹਾਂ ਨੂੰ ਵਿਚਾਰਿਆਂ ਨੂੰ ਉਹਨਾਂ ਦਾ ਹੱਥ ਤੰਗ ਹੁੰਦਾ ਹੈ, ਬਹੁਤੇ ਪ੍ਰਬੰਧਕ ਵੀ, ਤੇ ਉਹ ਜਦੋਂ ਜਥੇਦਾਰ ਨੂੰ ਅਕਾਲ ਤਖਤ ਜਾਂ ਦੂਜੇ ਨੂੰ ਇੰਟਰੋਡਿਊਸ ਕਰਨਗੇ ਜਾਂ ਕਹਿਣਗੇ ਜੀ ਅਵਰ ਪੋਪ
ਜੀ ਨਾ ਸਿੱਖੀ 'ਚ ਨਾ ਕੋਈ ਪੋਪ ਦਾ ਕਨਸੈਪਟ ਹੈ, ਨਾ ਹੀ ਕਿਸੇ ਦੇ ਹੱਥ 'ਚ ਪਾਵਰ ਦਿੱਤੀ, ਲੈ ਲਈ ਇਹਨਾਂ ਨੇ ਧੱਕੇ ਨਾਲ ਹੀ, ਕਿਉਂਕਿ ਸੂਟ ਕਰਦੀ ਹੈ ਸਿਆਸੀ ਲੀਡਰਾਂ ਨੂੰ ਵੀ ਦੂਜਿਆਂ ਨੂੰ ਵੀ। ਪਰ ਮੈਂ ਦੇਖਦਾ ਵੀ ਕਦੇ ਜੇ ਚਲੋ ਪੋਪ ਨਾਲ ਹੀ ਕੰਪੇਅਰ ਕਰ ਲਓ, ਵੀ ਹਾਲ ਤਾਂ ਇਹ ਹੈ ਕਿ ਵੀ ਉਹਨਾਂ ਨੂੰ ਉੱਥੇ ਬਾਦਲਾਂ ਦੀ ਸਿਫਤ ਤੋਂ ਬਿਨਾਂ ਤੀਜਾ ਕੋਈ ਕੰਮ ਨਹੀਂ ਹੈ। ਇਸ਼ੂਜ਼ ਦੇ ਉੱਤੇ ਕਿਸ ਕਿਸਮ ਦੀਆਂ ਬੇਥਵੀਆਂ ਮਾਰਦੇ ਨੇ, ਇਹ ਚਾਰ ਨਿਆਣੇ ਬਣਾਓ, ਇਹ ਬਿਆਨ ਆਪਣੇ ਆਪ 'ਚ ਦੱਸਦਾ ਹੈ ਵੀ ਜਿਵੇਂ ਇਹਨਾਂ ਨੂੰ ਹੋਰ ਕੁਝ ਨਹੀਂ, ਕੋਈ ਇਸ਼ੂ ਨਹੀਂ ਹੈ ਵੀ ਜਨਾਨੀਆਂ ਨੂੰ ਇਹਨਾਂ ਨੇ ਬੱਚੇ ਜੰਮਣ ਵਾਲੀਆਂ ਮਸ਼ੀਨਾਂ ਸਮਝਿਆ ਹੋਇਆ ਕਿ ਵੀ ਤੇਰਾ ਆਰਡਰ ਮੰਨ ਕੇ ਤੇ ਉਹ ਹੁਣ ਬੱਚੇ ਜੰਮਣ ਲੱਗ ਜਾਣਗੇ ਜੀ। ਇੱਕ ਪਾਰਟ ਤਾਂ ਇਹ ਹੈ। ਔਰ ਇਸ਼ੂਜ਼ ਜਿਹੜੇ ਨੇ ਰੀਅਲ ਇਸ਼ੂ ਲੋਕਾਂ ਦੇ, ਉਹ ਸੁਸਾਈਡ ਹੋਏ, ਉਹ ਕਿਸ ਕਿਸਮ ਦੀ ਕਰਪਸ਼ਨ ਹੈ, ਮੋਗੇ ਵਾਲਾ ਕਾਂਡ ਹੋਇਆ, ਕਿਸ ਕਿਸਮ ਦੀ ਇੱਕ ਬੱਚੀ ਦੀ ਅਜ਼ਮਤ ਜਿਹੜੀ ਹੈ ਉਹਨੇ ਬਚਾਉਣ ਦੇ ਲਈ ਬੱਚੀ ਨੇ ਆਪਣੀ ਜਾਨ ਦੇ ਦਿੱਤੀ, ਗਰਾਊਂਡ ਇਸ਼ੂ ਕੀ ਚੱਲ ਰਹੇ ਨੇ, ਇਹਨਾਂ ਦੇ ਉੱਤੇ ਉਹਨਾਂ ਦੀ ਕੋਈ ਪਹੁੰਚ ਇੰਟਰਨੈਸ਼ਨਲੀ ਤਾਂ ਉਹਨਾਂ ਨੂੰ ਪਤਾ ਹੀ ਨਹੀਂ ਹੈ। ਉਹਨਾਂ ਨੂੰ ਤਾਂ ਇਹ ਵੀ ਨਹੀਂ ਪਤਾ ਹੋਣਾ ਕਿ ਬਾਰਡਰ ਕਿੱਥੋਂ ਕਿੰਨਾ ਲੱਗਦਾ ਹੈ, ਕਿੰਨਾ ਦੁਨੀਆ ਦੇ ਦੇਸ਼ ਕਿੰਨੇ ਨੇ, ਉਹਨਾਂ ਦੀਆਂ ਜ਼ਬਾਨਾਂ ਕਿੰਨੀਆਂ ਨੇ। ਇਸੇ ਲਈ ਉੱਥੇ ਪਿਛਲੇ ਜਥੇਦਾਰਾਂ ਨੇ ਬੈਠੇ ਕੈਨੇਡਾ ਦੇ ਮੁੱਦਿਆਂ ਤੇ ਬਿਆਨ ਦੇ ਦਿੱਤਾ ਸੀ, ਉੱਥੋਂ ਦੇ ਐਮਪੀ ਡਿਵਾਈਡ ਕਰਤੇ, ਚਾਰਟਰ ਆਫ ਰਾਈਟਸ ਦੇ ਉੱਤੇ ਕੋਈ ਡਿਬੇਟ ਸੀ ਜਾਂ ਕੋਈ ਹੋਰ ਇਸ਼ੂ ਇੱਥੇ ਅਮਰੀਕਾ 'ਚ ਵਾਪਰ ਜਾਏ, ਉੱਥੋਂ ਕਹਿਣਗੇ ਜੀ ਅਸੀਂ ਵਾਰਨਿੰਗ ਦੇਣਾ ਚਾਹੁੰਦੇ ਹਾਂ ਕਿ ਉਹਨਾਂ ਨੂੰ, ਜਿਵੇਂ ਉਹਨਾਂ ਦੀਆਂ ਵਾਰਨਿੰਗਸ ਵਾਈਟ ਹਾਊਸ ਸੁਣ ਰਿਹਾ, ਉਹਨਾਂ ਦੀਆਂ ਵਾਰਨਿੰਗਸ ਕਾਂਗਰਸ ਸੁਣ ਰਿਹਾ। ਇਹਨੂੰ ਪਤਾ ਹੀ ਨਹੀਂ ਹੈ ਕਿ ਸਿਸਟਮ ਕਿਵੇਂ ਕੰਮ ਕਰਦਾ। ਪਰ ਜਿਹਦੇ ਨਾਲ ਇਹ ਕੰਪੇਅਰ ਕਰਦੇ ਨੇ ਆਪਣੇ ਆਪ ਨੂੰ, ਖੁਸ਼ ਹੁੰਦੇ ਨੇ ਜੀ ਸਾਨੂੰ ਪੋਪ ਕਿਹਾ, ਤੁਸੀਂ ਉਹਨਾਂ ਦਾ ਲੈਵਲ ਦੇਖੋ। ਪਹਿਲਾਂ ਤਾਂ ਉਹਨਾਂ ਦੀ ਚੋਣ ਦਾ ਪੈਟਰਨ ਦੇਖੋ। ਇੱਥੇ ਜਿਹੜੇ ਲੋਅਰ ਆਮ ਚਰਚ ਦਾ ਜਿਹੜਾ ਪ੍ਰੀਸਟ ਹੈ, ਉਹਨੂੰ ਆਪਣੇ ਬਾਰੇ, ਆਪਣੇ ਧਰਮ ਬਾਰੇ ਔਰ ਇੰਟਰਨੈਸ਼ਨਲ ਅਫੇਅਰਸ ਬਾਰੇ ਇਹਨਾਂ ਜਥੇਦਾਰਾਂ ਤੋਂ ਜ਼ਿਆਦਾ ਪਤਾ ਹੈ। ਫਿਰ ਇਹਨਾਂ ਦਾ ਸਿਸਟਮ ਜਿਵੇਂ ਚੱਲਦਾ ਹੈ, ਜਿਵੇਂ ਕਿ ਇਹਨਾਂ ਦਾ ਪ੍ਰੀਸਟ ਉੱਪਰ ਜਾਂਦੇ ਨੇ, ਫਿਰ ਇਹਨਾਂ ਦੀ ਕਿਵੇਂ ਡਾਇਓਸੀਜ਼ ਹੁੰਦੀਆਂ ਨੇ, ਉਹਨਾਂ ਦੇ ਬਿਸ਼ਪ ਹੁੰਦੇ ਨੇ, ਫਿਰ ਉਤਲਾ ਤਬਕਾ ਕਾਰਡੀਨਲ ਹੁੰਦਾ ਹੈ, ਫਿਰ ਕਾਰਡੀਨਲ ਦੁਨੀਆ ਭਰ 'ਚ ਜਦੋਂ ਪੋਪ ਚੁਣਨਾ ਹੁੰਦਾ ਹੈ, ਕਿੰਨੀ ਪ੍ਰੋਸੈਸ ਹੁੰਦੀ ਹੈ ਜਿਹਦੇ 'ਚੋਂ ਫਿਰ ਕਾਰਡੀਨਲ ਚੁਣਦੇ ਨੇ, ਤੇ ਪੋਪ ਕਿਸ ਕਿਸਮ ਦੇ ਹੁੰਦੇ ਨੇ, ਉਹਨਾਂ ਦੀ ਅੰਡਰਸਟੈਂਡਿੰਗ ਕੀ ਹੁੰਦੀ ਹੈ। ਹੁਣ ਕੱਲ ਦੀ ਮੇਨ ਖਬਰ ਹੈ ਸਾਰੇ CNN ਤੋਂ ਲੈ ਕੇ ਦੁਨੀਆ ਭਰ, ਵੈਟੀਕਨ ਟੂ ਆਫੀਸ਼ੀਅਲੀ ਰੈਕਗਨਾਈਜ਼ ਫਲਸਤੀਨੀਅਨ ਸਟੇਟਹੁੱਡ ਇਨ ਨਿਊ ਟ੍ਰੀਟੀ, ਕਿ ਵੈਟੀਕਨ ਕਿਉਂਕਿ ਹੈੱਡਕੁਆਰਟਰ ਹੈ ਪੋਪ ਦਾ, ਕਿ ਉਹ ਜਿਹੜੀ ਹੈ ਉਹਨਾਂ ਨੇ ਫਲਸਤੀਨ ਨੂੰ ਐਜ਼ ਏ ਸਟੇਟ ਮਾਨਤਾ ਦਿੱਤੀ, ਐਜ਼ ਏ ਨੇਸ਼ਨ, ਔਰ ਉਹਦੇ ਲਈ ਉਹ ਨਵੀਂ ਸੰਧੀ ਦੇ ਉੱਤੇ ਦਸਖਤ ਕਰਨਗੇ। ਹੁਣ ਇਹ ਉਹ ਪੋਪ ਹੈ ਜਿੱਥੇ ਤੁਸੀਂ ਲੈਵਲ ਦੀ ਗੱਲ ਕਰਦੇ ਹੋ। ਕਿਊਬਾ ਔਰ ਅਮਰੀਕਾ ਦੇ 1960 ਤੋਂ ਜਦੋਂ ਫਿਡਾਲ ਕਾਸਟਰੋ ਨੇ ਉੱਥੇ ਰੈਵੋਲੂਸ਼ਨ ਲਿਆਂਦਾ, ਸਬੰਧ ਟੁੱਟ ਗਏ, ਮਿਸਲ ਕ੍ਰਾਈਸਿਸ ਆਇਆ, ਜਿੱਥੇ ਕਿ ਆਲਮੋਸਟ ਸੋਵੀਅਤ ਯੂਨੀਅਨ ਔਰ ਅਮਰੀਕਾ ਇੱਕ ਦੂਜੇ ਦੇ ਆਮੋ ਸਾਹਮਣੇ ਖਲੋ ਗਏ ਸੀ, ਕਿਉਂਕਿ ਸੋਵੀਅਤ ਯੂਨੀਅਨ ਜਿਹੜੀਆਂ ਨੇ ਉਹ ਨਿਊਕਲੀਅਰ ਮਿਸਾਈਲਾਂ ਦੇ ਰਿਹਾ ਸੀ ਕਿਊਬਾ ਨੂੰ, ਔਰ ਪ੍ਰੈਜ਼ੀਡੈਂਟ ਕੈਨੇਡੀ ਨੇ ਕਿਹਾ ਵੀ ਹੋ ਜਾਏ ਦੁਨੀਆ ਤਬਾਹ ਹੁੰਦੀ ਹੈ, ਨਹੀਂ ਜਾਣ ਦੇਣੀ ਹੈ। ਉੱਥੇ ਤੋਂ ਲੈ ਕੇ ਹੁਣ ਹਾਲ ਇਹ ਹੈ ਕਿ ਵੀ ਆਲਮੋਸਟ 50-55 ਸਾਲ ਬਾਅਦ ਫਿਡਾਲ ਕਾਸਟਰੋ ਤਾਂ ਬਿਮਾਰ ਹੈ ਕਾਫੀ, ਉਹਨੇ ਆਪਣੇ ਭਰਾ ਨੂੰ ਸ਼ਾਇਦ ਰੈਫੇਲ ਕਿ ਕੀ ਉਹਦਾ ਨਾਂ ਹੈ, ਉਹਨੂੰ ਬਣਾ ਦਿੱਤਾ ਜੀ। ਹੁਣ ਇਸ ਪੋਪ ਨੇ, ਜਿਹੜਾ ਪੋਪ ਨੇ ਇੰਨਾ ਕਰੇਜ ਦਿਖਾਇਆ ਕਿ ਹੁਣ ਫਲਸਤੀਨੀਆਂ ਨੂੰ ਐਜ਼ ਅ ਸਟੇਟ ਰੈਕਗਨਾਈਜ਼ ਕਰ ਰਿਹਾ, ਔਰ ਕਿਉਂਕਿ ਕਿਊਬਾ ਦੇ ਵਿੱਚ ਜ਼ਿਆਦਾ ਜਿਹੜੇ ਨੇ ਕੈਥੋਲਿਕ ਨੇ, ਪੋਪ ਜਿਹੜਾ ਹੈ ਕੈਥੋਲਿਕ ਕ੍ਰਿਸਚੀਅਨਸ ਦਾ ਹੈੱਡ ਹੈ, ਔਰ ਇਹਨੇ ਬੈਕਡੋਰ ਡਿਪਲੋਮੇਸੀ ਕੀਤੀ। ਅੱਜ ਅਮਰੀਕਾ ਔਰ ਕਿਊਬਾ ਦੇ ਡਿਪਲੋਮੈਟਿਕ ਰਿਲੇਸ਼ਨ ਬਣਨ ਜਾ ਰਹੇ ਨੇ, ਕਿਊਬਾ ਦੇ ਖਿਲਾਫ ਸੈਂਕਸ਼ਨਸ ਚੁੱਕ ਦਿੱਤੀਆਂ, ਔਰ ਆਲਰੇਡੀ ਜਿਹੜਾ ਇੱਕ ਨਵਾਂ ਚੈਪਟਰ 50 ਸਾਲ ਬਾਅਦ ਜਿਹੜਾ ਹੈ ਉਹ ਲਿਖਿਆ ਜਾ ਰਿਹਾ, ਔਰ ਉਹਦੇ 'ਚ ਮੇਨ ਰੋਲ ਜਿਹੜਾ ਉਹ ਪੋਪ ਨੇ ਅਦਾ ਕੀਤਾ। ਔਰ ਪਿਛਲੇ ਦਿਨਾਂ 'ਚ ਜਦੋਂ ਕਿ ਪੋਪ ਨੂੰ ਵੈਟੀਕਨ 'ਚ ਜਾ ਕੇ ਮਿਲਿਆ ਇਸ ਦਾ ਕਿਊਬਾ ਦਾ ਪ੍ਰੈਜ਼ੀਡੈਂਟ, ਹੁਣ ਇਹ ਜਿਹੜਾ ਕਿਊਬਾ ਸੀ ਫਿਡਾਲ ਕਾਸਟਰੋ, ਕਿਉਂਕਿ ਕਮਿਊਨਿਸਟ ਸੀ, ਸਾਰੇ ਨਾਸਤਕ ਨੇ, ਰੱਬ 'ਚ ਨਹੀਂ ਮੰਨਦੇ, ਔਰ ਇਹ ਟ੍ਰਿਬਿਊਟ ਹੈ ਟੂ ਏ ਮੈਨ ਔਰ ਟੂ ਐਨ ਇੰਸਟੀਟਿਊਸ਼ਨ ਕਿ ਇਹ ਜਿਹੜਾ ਹੁਣ 80 ਸਾਲਾਂ ਦਾ ਹੋਣਾ ਹੈ ਜਿਹੜਾ ਕਿਊਬਾ ਦਾ ਹੈ, ਔਰ ਸਾਰੀ ਉਮਰ ਨਾਸਤਕ ਔਰ ਉਸ ਕੰਟਰੀ ਨੂੰ ਰਿਪਰੈਜ਼ੈਂਟ ਕਰਦਾ ਹੈ। ਉਹਨੇ ਕਿਹਾ ਕਿ ਜੀ ਮੈਂ ਥੈਂਕ ਯੂ ਕਰਦਾ ਕਿ ਇਹ ਜਿਹੜੀ ਬੈਕਡੋਰ ਡਿਪਲੋਮੇਸੀ ਸੀ ਉਹਦੇ ਕਰਕੇ ਅੱਜ ਅਸੀਂ ਅਮਰੀਕਾ ਦੇ ਨਾਲ ਸਾਡੇ ਸਬੰਧ ਸੁਧਰੇ ਨੇ, ਔਰ ਬੇਸ਼ੱਕ ਮੈਂ ਰੱਬ 'ਚ ਯਕੀਨ ਨਹੀਂ ਕਰਦਾ, ਪਰ ਜਿੱਦਾਂ ਪੋਪ ਦਾ ਮੇਰੇ ਤੇ ਪ੍ਰਭਾਵ ਹੈ, ਮੈਂ ਕਹਿੰਦਾ ਬੇਸ਼ੱਕ ਕ੍ਰਿਸਚੀਅਨ ਸਕੂਲ 'ਚ ਪੜ੍ਹਿਆ, ਮੈਨੂੰ ਲੱਗਦਾ ਹੈ ਕਿ ਮੈਂ ਵਾਪਸ ਪ੍ਰੇਅਰ ਕਰਨ ਲੱਗ ਸਕਦਾ ਹਾਂ ਜਾਂ ਵਾਪਸ ਮੈਂ ਕ੍ਰਿਸਚੀਅਨ ਬਣ। ਇਹ ਹੈ ਇੰਪੈਕਟ ਕਿਸੇ ਪਰਸਨੈਲਿਟੀ ਦਾ। ਔਰ ਇਹ ਪੋਪ ਹੈ ਜਿਨੇ ਜੇ ਸੀਰੀਆ ਦੇ ਉੱਤੇ ਜਿਹੜਾ ਉਹ ਬੰਬਾਰਡਮੈਂਟ ਜਾਂ ਦੂਜੇ ਕੀਤੀ ਤਾਂ ਇਹਨਾਂ ਨੇ ਵਿਰੋਧ ਕੀਤਾ, ਔਰ ਵੈਟੀਕਨ ਨੇ ਇਸੇ ਹੀ ਪੋਪ ਨੇ ਕੁਝ ਸਮਾਂ ਪਹਿਲਾਂ ਇਹ ਕਿਹਾ ਕਿ ਵੀ ਜਿਹੜੀ ਅਰਮੀਨੀਅਨਸ ਦੀ ਨਸਲਕੁਸ਼ੀ ਕੀਤੀ ਸੀ ਟਰਕੀ ਨੇ 1914-15 ਦੇ ਵਿੱਚ
ਜਿਹੜੇ ਮਾਰੇ ਉਹਨੂੰ ਅਸੀਂ ਨਸਲਕੁਸ਼ੀ ਮੰਨਦੇ ਜੀ। ਹਾਲਾਂ ਉਹਦਾ ਇੰਪੈਕਟ ਇਹ ਹੋਇਆ ਵੀ ਟਰਕੀ ਨੇ ਜਿਹੜਾ ਹੋਲੀ ਸੀ ਤੋਂ, ਇਹ ਛੋਟਾ ਜਿਹਾ ਵੈਟੀਕਨ ਪਤਾ ਨਹੀਂ ਕਿੰਨੇ ਸਕੁਅਰ ਕਿਲੋਮੀਟਰ ਹੈ, ਪਰ ਇਹਨਾਂ ਦੀਆਂ ਐਮਬੈਸੀਆਂ ਦੁਨੀਆ 'ਚ ਹੈਗੀਆਂ ਨੇ, ਨਿਊਯਾਰਕ 'ਚ ਵੀ ਹੈ। ਜਦੋਂ ਪੰਜਾਬ ਦੇ ਕਸ਼ਮੀਰ ਦੇ ਵਿੱਚ ਦੋ ਸਿੱਖ ਬੱਚਿਆਂ ਨੂੰ ਉਹਨਾਂ ਨੇ ਟੀਚਰ ਨੇ ਕਿਹਾ ਸੀ ਕਿ ਵੀ ਪ੍ਰਿੰਸੀਪਲ ਨੇ ਕਿ ਵੀ ਤੁਸੀਂ ਦਸਤਾਰ ਨਾਲ ਨਹੀਂ ਆਣਾ, ਤੁਸੀਂ ਪਟਕਾ ਬੰਨੋ, ਤੇ ਇਸ਼ੂ ਬਣਿਆ ਸੀ। ਤੇ ਮੈਂ ਇੱਕ ਡੈਲੀਗੇਸ਼ਨ ਲੈ ਕੇ ਇੱਥੇ ਜਿਹੜਾ ਹੋਲੀ ਸੀ ਦਾ ਐਂਬੈਸਡਰ ਹੈ, ਕੁਦਰਤੀ ਹੈ ਹੀ ਕੇਰਲਾ ਦਾ ਸੀ, ਸਾਊਥ ਇੰਡੀਅਨ ਕ੍ਰਿਸਚੀਅਨ ਸੀ, ਉਹਨਾਂ ਨੂੰ ਅਸੀਂ ਮਿਲੇ ਔਰ ਉਹਨੇ ਤਾਂ ਪਹਿਲਾਂ ਸਿੱਖਾਂ ਦੀ ਤਾਰੀਫ ਕੀਤੀ। ਉਹਨੇ ਕਿਹਾ ਜੀ ਮੈਂ ਕੇਰਲਾ ਤੋਂ ਆਇਆ, ਮੈਂ ਇਹ ਬਿਲਕੁਲ ਵਿਲ ਰਿਜ਼ੋਲਵ ਦਿਸ ਇਸ਼ੂ ਇਹ ਉਹ, ਔਰ ਵਾਕਈ 2 ਹਫ਼ਤੇ ਦੇ ਵਿੱਚ ਉਹਨਾਂ ਨੇ ਜਿਹੜਾ ਉਹ ਵਾਪਸ ਲੈ ਲਿਆ ਸੀ ਆਪਣਾ ਜੋ ਵੀ ਆਰਡਰ ਹੈ। ਸੋ ਉਹਨਾਂ ਨੇ ਇਹਦੇ ਬਾਵਜੂਦ ਕਿ ਆਪਣਾ ਐਂਬੈਸਡਰ ਵਾਪਸ ਸੱਦ ਲਿਆ ਟਰਕੀ ਨੇ, ਪਰ ਪੋਪ ਜਿਹੜਾ ਹੈ ਉਹ ਸਟਿਕ ਕੀਤਾ ਹੈ ਆਪਣੀ ਸਟੇਟਮੈਂਟ ਤੇ ਕਿ ਭਾਈ ਜੋ 100 ਸਾਲ ਪਹਿਲਾਂ ਹੋਇਆ ਉਹ ਨਸਲਕੁਸ਼ੀ ਸੀ। ਹੁਣ ਤੁਸੀਂ ਮੁਕਾਬਲਾ ਕਰੋ। ਔਰ ਇਹ ਖਬਰ ਕਿਉਂਕਿ ਕਾਫੀ ਵੇਰਵੇ ਨਾਲ ਹੈ, ਪਰ ਮੈਂ 2-3 ਚੀਜ਼ਾਂ ਇਹਦੇ ਚੋਂ ਜ਼ਰੂਰ ਦੁਹਰਾਉਣਾ ਚਾਹੁੰਦਾ ਹਾਂ ਕਿ ਵੀ ਉਹਨਾਂ ਨੇ ਜਿਹੜੇ ਫੈਸਲੇ ਨੇ ਕਿ ਉਹਨਾਂ ਨੇ 1.5 ਮਿਲੀਅਨ ਆਰਮੀਨੀਅਨਸ ਨੂੰ ਜੈਨੋਸਾਈਡ ਕਿਹਾ, ਔਰ ਬਾਕੀ ਫਲਸਤੀਨ ਔਰ ਇਜ਼ਰਾਈਲ ਦੇ ਵਿਚਕਾਰ ਕਿਸ ਕਿਸਮ ਦੀ ਰਿਲੇਸ਼ਨਸ਼ਿਪ ਹੈ, ਉੱਥੇ ਆਪਸ ਦੇ ਵਿੱਚ ਕਿੰਨਾ ਟਕਰਾਅ ਹੈ। ਔਰ ਹੁਣ ਇਜ਼ਰਾਈਲ ਦੇ ਵਿੱਚ ਉਹ ਬੰਦਾ ਇਲੈਕਸ਼ਨ ਜਿੱਤਿਆ ਨੇਤਨਯਾਹੂ, ਜਿਹੜਾ ਐਕਸਟ੍ਰੀਮ ਰਾਈਟ ਵਿੰਗਰ ਹੈ, ਜਿਹੜਾ ਕਹਿੰਦਾ ਵੀ ਫਲਸਤੀਨੀਅਨ ਸਟੇਟ ਬਣਨ ਨਹੀਂ ਦੇਣੀ, ਜਿਹੜਾ ਰਾਦਰ ਵਾਈਟ ਹਾਊਸ ਓਬਾਮਾ ਨੂੰ ਇਗਨੋਰ ਕਰਕੇ ਉਹਨੇ ਜਿਹੜਾ ਆ ਕੇ ਕਾਂਗਰਸ ਨੂੰ ਇੱਥੇ ਐਡਰੈਸ ਕੀਤਾ, ਕਿਉਂਕਿ ਕਾਂਗਰਸ ਸੈਨੇਟ ਦੇ ਵਿੱਚ ਰਿਪਬਲਿਕਨਸ ਦੀ ਮੈਜੋਰਿਟੀ ਹੈ। ਸੋ ਮੈਂ ਜਿਹੜਾ ਉਹ ਦੇਖਦਾ ਕਿ ਵੀ ਕਈ ਵਾਰ ਅਮਰੀਕਨ ਹਵਾਲੇ ਨਾਲ ਇੱਕ ਬਿਊਟੀ ਵੀ ਹੈ ਕਿ ਇੱਕ ਇਹਨਾਂ ਦਾ ਫੰਕਸ਼ਨ ਹੁੰਦਾ ਹੈ ਵਾਈਟ ਹਾਊਸ ਦੇ ਵਿੱਚ, ਜਿਹਦੇ ਚ ਸਾਰੇ ਜਿਹੜੇ ਵਾਈਟ ਹਾਊਸ ਦੇ ਪੁਰਾਣੇ ਵੀ ਕੋਰਸਪੋਂਡੈਂਟ ਹੁੰਦੇ ਨੇ, ਹੁਣ ਵੀ ਉਹ ਓਪਨ ਹੁੰਦਾ, ਉਹਨੂੰ ਬੜਾ ਲਾਈਟਰ ਵੇਨ ਦੇ ਵਿੱਚ ਲਿਆ ਜਾਂਦਾ ਹੈ। ਔਰ ਉਹਦੇ ਚ ਕਿਉਂਕਿ ਨੇਤਨਯਾਹੂ ਇਜ਼ਰਾਈਲੀ ਪ੍ਰਾਈਮ ਮਿਨਿਸਟਰ ਉਦੋਂ ਚੋਣਾਂ ਹੋਣੀਆਂ ਸੀ, ਚੋਣਾਂ ਦੇ ਵਿੱਚ ਵੀ ਉਹ ਜਿੱਤ ਗਿਆ, ਹੁਣ ਉਹ ਪ੍ਰਾਈਮ ਮਿਨਿਸਟਰ ਹੈ। ਔਰ ਪ੍ਰੈਜ਼ੀਡੈਂਟ ਓਬਾਮਾ ਨੇ, ਜਿਹਦੇ ਚ ਕਾਫੀ ਸੈਂਸ ਆਫ ਹਿਊਮਰ ਹੈ, ਮਜ਼ਾਹੀਆ ਅੰਦਾਜ਼ ਹੈ, ਉਹਨੇ ਉਹ ਸਾਰੇ ਚ ਕਿਹਾ, ਉਹਨੇ ਕਿਹਾ ਕਿ ਜੀ ਕਿਉਂਕਿ ਹੁਣ ਨੇਤਨਯਾਹੂ ਨੂੰ ਜਦੋਂ US ਕਾਂਗਰਸ ਚ ਸੱਦਿਆ ਬੋਲਣ ਲਈ, ਵਾਈਟ ਹਾਊਸ ਖੁਸ਼ ਨਹੀਂ ਸੀ, ਪਾਰਟਿਸਿਪੇਟ ਵੀ ਨਹੀਂ ਕੀਤਾ, ਵਾਈਸ ਪ੍ਰੈਜ਼ੀਡੈਂਟ ਵੀ ਨਹੀਂ ਗਿਆ ਜਿਹੜਾ ਕਿ ਅਦਰਵਾਈਜ਼ ਸੈਨੇਟ ਦਾ ਹੈੱਡ ਹੁੰਦਾ। ਤੇ ਓਬਾਮਾ ਨੇ ਕਿਹਾ, ਮਿਸਟਰ ਬੋਇਨੀਅਰ ਜਿਹੜਾ ਇਸ ਵੇਲੇ ਸਪੀਕਰ ਹੈ ਇਥੋਂ ਦੀ US ਕਾਂਗਰਸ ਦਾ, ਉਹਨੇ ਕਿਹਾ ਕਿ ਮਿਸਟਰ ਬੋਇਨੀਅਰ ਹੈਜ਼ ਆਲਰੇਡੀ ਇਨਵਾਈਟਡ ਨੇਤਨਯਾਹੂ ਟੂ ਰੀਡ ਫॉर ਮਾਈ ਯੂਲੋਜੀ ਡਿਊਰਿੰਗ ਮਾਈ ਫਿਊਨਰਲ। ਸਾਰੇ ਹੱਸ ਪੇ ਖਿੜਖੜਾ ਗਏ। ਉਹਨੇ ਕਿਹਾ ਜੀ ਮੇਰੇ ਮਰਨ ਦੇ ਉੱਤੇ ਜਿਨ੍ਹਾਂ ਨੇ ਆ ਕੇ ਸ਼ਰਧਾਂਜਲੀ ਦੇਣੀ ਹੈ, ਸਪੀਕਰ ਆਫ ਦਾ ਹਾਊਸ ਨੇ ਪਹਿਲਾਂ ਹੀ ਨੇਤਨਯਾਹੂ ਨੂੰ ਜਿਹੜੇ ਸੱਦ ਲਿਆ ਕਿ ਉਹ ਆ ਕੇ ਪੜ੍ਹੇਗਾ ਉਹ ਸੋਗਨਾਮਾ। ਸੋ ਹੁਣ ਇਸ ਲੈਵਲ ਦੀ ਇੱਥੇ ਹੌਸਟਿਲਿਟੀ ਹੈ ਅਮਰੀਕਾ 'ਚ, ਲੇਕਿਨ ਇਹਦੇ ਬਾਵਜੂਦ ਪੋਪ ਦਾ ਇਸ ਮੁੱਦੇ ਅੱਜ ਜਦੋਂ ਕਿ ਆਲਰੇਡੀ ਇਜ਼ਰਾਈਲ 'ਚ ਐਕਸਟ੍ਰੀਮ ਰਾਈਟ ਵਿੰਗ ਸਰਕਾਰ ਹੈ, US ਦਾ ਹਾਊਸ ਔਰ ਕਾਂਗਰਸ ਦੋਨੋਂ ਹੀ ਜਿਹੜੇ ਨੇ ਉਹ ਇਜ਼ਰਾਈਲੀ ਪ੍ਰਾਈਮ ਮਿਨਿਸਟਰ ਦੀ ਸਪੋਰਟ ਤੇ ਨੇ, ਹਾਲਾਂਕਿ ਵਾਈਟ ਹਾਊਸ ਦੀ ਡਿਫਰੈਂਟ ਲਾਈਨ ਹੈ। ਔਰ ਉਹਨਾਂ ਦਾ ਇਹ ਕਹਿਣਾ ਹੈ ਕਿ ਜੀ ਅਸੀਂ ਫਲਸਤੀਨ ਨੂੰ ਫੁੱਲ ਫਲੈਜ ਸਟੇਟ ਮੰਨਦੇ ਹਾਂ, ਆਲਰੇਡੀ UN ਜਨਰਲ ਅਸੈਂਬਲੀ ਦਾ ਇੰਨੇ ਦੇਸ਼ਾਂ ਨੇ ਮੰਨਿਆ ਹੋਇਆ ਹੈ ਔਰ ਅਸੀਂ TT ਸਾਈਨ ਕਰਾਂਗੇ। ਔਰ ਅਸੀਂ ਸਮਝਦੇ ਹਾਂ ਵੀ ਕਿੰਨਾ ਬੋਲਡ ਸਟੈਪ ਹੈ, ਕਿੰਨਾ ਮਜ਼ਬੂਤ ਸਟੈਪ ਹੈ। ਹੁਣ ਅਸੀਂ ਦੇਖਦੇ ਹਾਂ ਕਿ ਇਸ ਫੈਸਲੇ ਦਾ ਜਿਹੜੀਆਂ ਅਮਰੀਕਾ ਦੇ ਵਿੱਚ ਯਹੂਦੀ ਆਰਗੇਨਾਈਜੇਸ਼ਨਸ ਨੇ, ਅਮਰੀਕਨ ਜੂਇਸ਼ ਕਾਂਗਰਸ ਹੈ, ਬੜੀ ਪਾਵਰਫੁਲ ਬਾਡੀ ਹੈ, ਜਿਨ੍ਹਾਂ ਨੇ 20 ਪੇਜ ਨਿਊਯਾਰਕ ਟਾਈਮਜ਼, ਵਾਸ਼ਿੰਗਟਨ ਪੋਸਟ ਦੇ ਸਾਲ ਪਹਿਲਾਂ ਬੁੱਕ ਕਰਾਏ ਹੁੰਦੇ ਨੇ, ਔਰ ਇਹ ਇਜ਼ਰਾਈਲ ਦੀ ਜਿਹੜੀ ਹੈ ਉਹ ਅੱਖ ਵੀ ਲਾਲ ਨਹੀਂ ਹੋਣ ਦਿੰਦੇ, ਜਿਹਨੂੰ ਕਹਿੰਦੇ ਨੇ ਕਿ ਉਹਦੀ ਵਾਵਲ ਵੀ ਕੋਈ ਨਹੀਂ ਦੇਖ ਸਕਦਾ। ਇਸੇ ਤਰ੍ਹਾਂ ਦੂਸਰੀ ਬਾਡੀ ਐਂਟੀ ਡਿਫੇਮੇਸ਼ਨ ਲੀਗ ਹੈ, ਜਿਹੜੀ ਕਿ ਇਸ ਗੱਲ ਦਾ ਧਿਆਨ ਰੱਖਦੀ ਹੈ ਕਿ ਯਹੂਦੀਆਂ ਦੇ ਖਿਲਾਫ ਕੀ ਕਿੱਥੇ ਛਪਿਆ, ਉਹਨੂੰ ਇੱਕਦਮ ਜਿਹੜਾ ਕਰਦੇ। ਹੁਣ ਇਹਨਾਂ ਦੋਨਾਂ ਦਾ ਤੁਸੀਂ ਰਿਐਕਸ਼ਨ ਦੇਖੋ ਕਿ ਵੀ ਜਿਹਦੇ 'ਚ ਅੰਦਾਜ਼ਾ ਹੋ ਜਾਂਦਾ ਹੈ ਵੀ ਇਹ ਲਿਬਰਲ ਬੈਠੇ ਨੇ ਅਮਰੀਕਾ ਦੇ ਵਿੱਚ, ਇਹਨਾਂ ਨੂੰ ਵੀ ਪੋਪ ਦਾ ਇਹ ਜਿਹੜਾ ਸਟੈਪ ਹੈ ਇਹਨੇ ਕਿੰਨੀ ਤਕਲੀਫ ਦਿੱਤੀ ਹੈ। ਹੁਣ ਉਹਦੇ 'ਚ ਜਿਹੜੀ ਅਮਰੀਕਨ ਜੂਇਸ਼ ਲੀਡਰਸ, ਇਹ CNN ਦੀ ਸਟੋਰੀ ਹੈ, who seemed unprepared for Wednesday's announcement said the Vatican should not interfere with carefully calibrated Israeli-Palestinian negotiations। ਉਹਨਾਂ ਨੇ ਕਿਹਾ ਕਿ ਜੀ ਇਹ ਨਹੀਂ, ਪੋਪ ਨੂੰ ਨਹੀਂ ਸੀ ਇੰਟਰਫੀਅਰ ਕਰਨਾ ਚਾਹੀਦਾ। ਇਹ ਹੁਣ ਅਮਰੀਕਨ ਜੂਇਸ਼, ਹੁਣ ਦੂਸਰੇ ਐਂਟੀ ਡਿਫੇਮੇਸ਼ਨ ਔਰ ਫਿਰ ਇੱਕ ਹੋਰ ਅਮਰੀਕਨ ਜੂਇਸ਼ ਕਮੇਟੀ ਦਾ ਲੀਡਰ ਹੈ, ਉਹਨੇ ਕਿਹਾ ਫਾਰਮਲ ਵੈਟੀਕਨ ਰੈਕਗਨੀਸ਼ਨ ਆਫ ਫਲਸਤੀਨ, a state that in reality doesn't yet exist, is a regrettable move
counterproductive to all who seek true peace between Israel and the Palestinians, said David Harris, executive director of American Jewish Congress. ਉਹ ਕਹਿੰਦਾ ਜੀ ਅਸੀਂ ਤਾਂ ਬਹੁਤ ਲੌਂਗ ਟਰਮ ਚਾਹੁੰਦੇ ਹਾਂ ਰਿਲੇਸ਼ਨ, ਇਹ ਕਾਹਲੀ ਚ ਕੀਤਾ, ਇਹ ਬੈਲੈਂਸ ਖਰਾਬ ਕਰ। ਤੁਹਾਡੇ ਤੋਂ ਹੁਣ ਤੱਕ ਨਾ 50 ਸਾਲ ਹੋ ਗਏ, 3 ਜਨਰੇਸ਼ਨਾਂ ਉਹਨਾਂ ਦੀਆਂ ਵਿਚਾਰੀਆਂ ਕੈਂਪਾਂ 'ਚ, ਨਿਆਣੇ ਉਹਨਾਂ ਦੇ ਰੁਲ ਗਏ ਨੇ ਨਾ। ਔਰ ਲੇਕਿਨ ਪੋਪ ਦੀ ਤੁਸੀਂ ਹੁਣ ਜਿਹੜੀ ਡਿਫੇਮੇਸ਼ਨ ਲੀਗ ਹੈ ਜੀ, ਉਹ ਕਹਿੰਦੇ ਐਂਟੀ ਡਿਫੇਮੇਸ਼ਨ ਲੀਗ ਕਾਲਡ ਦਾ ਵੈਟੀਕਨਸ ਰੈਕਗਨੀਸ਼ਨ ਆਫ ਫਲਸਤੀਨੀਅਨ ਸਟੇਟਹੁੱਡ ਪ੍ਰੀਮੈਚੁਰ। ਉਹਨਾਂ ਨੇ ਕਿਹਾ ਜੀ ਇਹ ਪ੍ਰੀਮੈਚੁਰ ਹੈ, ਇਹ ਅਜੇ ਮੈਚੁਰ ਨਹੀਂ ਸੀ ਹੋਇਆ, ਟਾਈਮ ਤੋਂ ਪਹਿਲਾਂ ਕਿਹਾ। ਉਹਨੇ ਕਿਹਾ ਵੀ ਐਪਰੀਸ਼ੀਏਟ that the Vatican's basic intention is to promote Israeli-Palestinian reconciliation, said the ADL's Abraham Foxman, but believe that this diplomatic recognition will be unhelpful to the end and instead only bolster the Palestinian strategy of seeking statehood through international fora and not through recognition, reconciliation and negotiation with Israel. Israel ਨਾ ਰੈਕਗਨਾਈਜ਼ ਕਰਨ ਨੂੰ ਤਿਆਰ ਹੈ, ਨਾ ਰੀਕਨਸਾਈਲ ਕਰਨ ਨੂੰ ਤਿਆਰ ਹੈ, ਨਾ ਨੈਗੋਸ਼ੀਏਟ ਕਰਨ ਨੂੰ ਤਿਆਰ ਹੈ ਉਹਨਾਂ ਦੇ ਨਾਲ, ਪਰ ਬਲੇਮ ਉਹਨਾਂ ਦੇ ਉੱਤੇ ਪਾ ਰਹੇ ਨੇ ਜੀ। ਸੋ ਅਸੀਂ ਇਹ ਸਮਝਦੇ ਹਾਂ ਵੀ ਇੱਕ ਤਾਂ ਮੈਨੂੰ ਇਹ ਪੋਪ ਦਾ ਪੜ੍ਹ ਕੇ ਲੱਗਾ, ਮੈਂ ਕਿਹਾ ਜੀ ਆਪਣੇ ਪੋਪਾਂ ਦਾ ਹਾਲ ਦੇਖ ਲਓ, ਉਹ ਸਵੇਰ ਤੋਂ ਸ਼ਾਮ ਤੱਕ ਲਿਫਾਫੇ ਇਕੱਠੇ ਕਰਨ ਤੇ ਲੱਗੇ ਹੁੰਦੇ ਨੇ। ਇੱਥੇ ਵੀ ਆਣਗੇ, ਉਹ ਜਿੱਥੇ ਠਹਿਰੇ ਵੀ ਹੋਣਗੇ, ਕਹਿੰਦੇ ਜੀ ਕੋਈ ਚਾਹ ਪਾਣੀ ਵਾਲੇ ਨਹੀਂ ਆਪਾਂ ਨੂੰ ਸੱਦਦੇ। ਹੁਣ ਕਿਸੇ ਨੂੰ ਲੱਗੇਗਾ ਜੀ ਚਾਹ ਪਾਣੀ ਦਾ ਮਤਲਬ ਹੁੰਦਾ ਜੇ ਦਿਨ 'ਚ ਤੁਸੀਂ 5-6 ਘਰਾਂ 'ਚ ਜਾਣਾ, ਜਿਹੜਾ ਚਾਹ ਪਾਣੀ ਦਿੰਦਾ ਨਾਲ ਲਿਫਾਫਾ ਦਿੰਦਾ, ਤੇ ਇਹ ਪੋਪ ਬਣੇ ਹੋਏ ਨੇ। ਸੋ ਮੈਂ ਸਮਝਦਾ ਵੀ ਸੈਲੂਟ ਟੂ ਦਿਸ ਪੋਪ। ਔਰ ਇਹ ਪਹਿਲਾ ਪੋਪ ਹੈ ਜਿਹੜਾ ਸਾਊਥ ਅਮਰੀਕਾ ਚੋਂ ਬਣਿਆ। ਹਾਲਾਂਕਿ ਮੋਸਟਲੀ ਪੋਪ ਯੂਰਪ ਚੋਂ ਹੁੰਦੇ ਸੀ, ਫਰਾਂਸ ਚੋਂ, ਇਟਲੀ ਚੋਂ। ਜਿਹੜਾ ਪਹਿਲਾ ਸੀ ਇਸ ਤੋਂ, ਉਹ ਵੀ ਬੜਾ ਗ੍ਰੇਸਫੁਲ ਪੋਪ ਸੀ। ਔਰ ਜਦੋਂ ਜੂਨ 84 ਦੇ ਵਿੱਚ ਦਰਬਾਰ ਸਾਹਿਬ ਤੇ ਹਮਲਾ ਹੋਇਆ, ਭਾਵੇਂ ਇੰਟਰਨੈਸ਼ਨਲ ਦੇਸ਼ ਚੁੱਪ ਕੀਤੇ ਬੈਠੇ ਸੀ, ਜਾਂ ਇੰਦਰਾ ਗਾਂਧੀ ਦੀ ਹਮਾਇਤ ਤੇ ਸੋਵੀਅਤ ਯੂਨੀਅਨ ਵਗੈਰਾ ਆ ਗਏ ਸੀ, ਉਹਨੇ ਇਹ ਕਿਹਾ ਸੀ ਕਿ ਨਹੀਂ, ਕਿਸੇ ਧਾਰਮਿਕ ਥਾਂ ਤੇ ਬਲੱਡ ਸ਼ੈਡ ਨਹੀਂ ਹੋਣਾ ਚਾਹੀਦਾ। ਸੋ ਉਹ ਪਹਿਲਾ ਪੋਪ ਸੀ ਜਿਹੜਾ ਉਸ ਈਸਟਰਨ ਯੂਰਪ ਚੋਂ ਸੀ, ਪੋਲੈਂਡ ਚੋਂ ਸੀ, ਪੋਲਿਸ਼ ਸੀ। ਪਰ ਇਹ ਜਿਹੜਾ ਇਹ ਸਾਊਥ ਅਮਰੀਕਾ ਤੋਂ ਹੈ। ਪਰ ਜਿਸ ਕਿਸਮ ਦਾ ਕਮਾਲ ਉਹ ਕਰ ਰਿਹਾ, ਜਿੰਨੇ ਬੋਲਡ ਉਸ ਦੇ ਇਨੀਸ਼ੀਏਟਿਵ ਨੇ, ਇਹ ਹੈ। ਹਾਲਾਂਕਿ ਪੋਪ ਦੇ ਕੋਲ ਕਿਹੜੀ ਕੋਈ ਮਿਲਟਰੀ ਹੈ ਜਾਂ ਕੀ ਹੈ, ਛੋਟੀ ਜਿਹੀ ਉਹਨਾਂ ਦੀ, ਪਰ ਇਹਨੂੰ ਕਹਿੰਦੇ ਨੇ ਮੋਰਲ ਅਥਾਰਟੀ ਜੀ। ਅੱਜ ਜੇ ਸਾਡੀ ਆਪਣੀ ਕੌਮ ਦੇ ਅਸੀਂ ਹਵਾਲੇ ਨਾਲ ਦੇਖੀਏ, ਕੌਮ 'ਚ ਕੋਈ ਕਮਜ਼ੋਰੀ ਨਹੀਂ ਹੈ। ਉਹ ਜਿਵੇਂ ਮੈਂ ਕਹਿੰਦਾ ਹਮੇਸ਼ਾ ਕਿ ਪ੍ਰੋਗਰਾਮਿੰਗ ਗੁਰੂ ਨੇ ਕੀਤੀ ਹੋਈ ਹੈ, ਪਰ ਸਾਨੂੰ ਚਾਹੀਦੀ ਹੈ ਇੱਕ ਮੋਰਲ ਅਥਾਰਟੀ, ਇੱਕ ਕੋਈ ਇਸ ਕਿਸਮ ਦਾ ਅਕਾਲ ਤਖਤ। ਸਾਡੀ ਇੰਸਟੀਟਿਊਸ਼ਨਸ ਜਿਹਦੇ ਵੱਲ ਅਸੀਂ ਦੇਖਦੇ ਕਿ ਭਾਈ ਉੱਥੋਂ ਅਗਵਾਈ ਨਿਕਲੇ, ਹੁਣ ਉੱਥੋਂ ਉਹ ਜਿਹੜੇ ਨੇ ਉਹ ਸੁਖਬੀਰ ਬਾਦਲ ਦੀ ਕੋਠੀ ਵੱਲ ਦੇਖਦੇ ਨੇ ਕਿ ਉੱਥੋਂ ਅਗਵਾਈ ਨਿਕਲੇ। ਸੁਖਬੀਰ ਬਾਦਲ ਆਪਣੇ ਪਿਤਾ ਜੀ ਵੱਲ ਦੇਖਦਾ, ਤੇ ਪਿਤਾ ਜੀ ਜਿਹੜੇ ਨੇ ਉਹ ਉੱਤੋਂ ਦੀ ਨਾਗਪੁਰ ਵੱਲ ਦੇਖਦੇ ਨੇ। ਨਾਲੇ ਨਾਗਪੁਰ ਵਾਲੇ ਸੰਤਰੇ ਭੇਜ ਦਿੰਦੇ ਨੇ, ਤੇ ਨਾਲੇ ਉਹ ਨਾਲ ਸੰਤਰਿਆਂ ਦੇ ਵਿੱਚ ਇੱਕ ਚਿੱਠੀ ਰੱਖੀ ਹੁੰਦੀ ਹੈ ਵੀ ਆਹ ਕੰਮ ਕਰ ਦਿਓ, ਪਾ ਦਿਓ ਭੋਗ ਨਾਨਕਸ਼ਾਹੀ ਕੈਲੰਡਰ ਦਾ ਕਰ ਦਿਓ। ਤੇ ਇਹ ਸਾਡੇ ਪੋਪ ਨੇ ਬਣੇ ਹੋਏ। ਸੋ ਸੈਲੂਟ ਟੂ ਦਾ ਪੋਪ। ਔਰ ਅਸੀਂ ਫਲਸਤੀਨੀਆਂ ਨੂੰ, ਕਿਉਂਕਿ ਦੇਖੋ ਹਾਲਾਂਕਿ ਅਸੀਂ ਇਹ ਯਾਸਰ ਅਰਾਫਾਤ ਜਿਹੜਾ PLO ਦਾ ਚੀਫ ਸੀ, ਇੰਦਰਾ ਗਾਂਧੀ ਦਾ ਭਰਾ ਬਣਿਆ ਹੋਇਆ ਸੀ, ਜਦੋਂ ਮਾਰਿਆ ਇੰਦਰਾ ਗਾਂਧੀ ਨੂੰ ਕੰਧ ਨਾਲ ਸਿਰ ਮਾਰਦਾ ਸੀ, ਜੂਨ 84 ਵੇਲੇ ਵੀ ਉਹਨੇ ਹਮਾਇਤ ਕੀਤੀ। ਪਰ ਅਸੀਂ ਕਦੇ ਵੀ ਉਹਦੇ ਪਰਸਨਲ ਬਿਹੇਵੀਅਰ ਨੂੰ, ਉਹ ਲੋਕ ਜਿਹੜੇ ਬੇਘਰੇ ਨੇ, ਜਿਨ੍ਹਾਂ ਵਿਚਾਰਿਆਂ ਦਾ ਮੁਲਕ ਖੋਹ ਲਿਆ ਗਿਆ, ਅਸੀਂ ਕਦੇ ਉਹਦੇ ਨਾਲ ਜੋੜ ਕੇ ਨਹੀਂ ਦੇਖਿਆ। ਉਹ ਠੀਕ ਹੈ, ਉਹ ਉਸ ਦਾ ਜਿਹੜਾ ਆਪਣਾ ਜਿਹੜਾ ਕੰਡੈਮਨੇਬਲ ਐਕਟ ਸੀ ਕਿ ਉਹਨੇ ਇੱਕ ਹੋਰ ਜਿਹੜਾ ਲੋਕ ਲੜ ਰਹੇ ਨੇ ਆਪਣੀ ਆਜ਼ਾਦੀ ਲਈ, ਉਹਨਾਂ ਦੇ ਖਿਲਾਫ ਉਹ ਭੁਗਤਿਆ। ਪਰ ਮੈਨੂੰ ਇਸ ਦੀ ਬੜੀ ਖੁਸ਼ੀ ਹੋਈ ਕਿ ਵੀ ਚਲੋ ਅਲਟੀਮੇਟਲੀ ਫਲਸਤੀਨੀਆਂ ਦਾ, ਭਾਵੇਂ ਇਜ਼ਰਾਈਲ ਉਹਨਾਂ ਦਾ ਕੋਈ ਪੈਰਾਂ ਦੇ ਆਪਣੇ ਪਾਣੀ ਨਹੀਂ ਪੈਣ ਦਿੰਦਾ, ਪਰ ਘੱਟੋ ਘੱਟ ਇੰਟਰਨੈਸ਼ਨਲੀ ਇੱਕ ਸਟਰੋਂਗ ਲੌਬੀ ਬਣ ਰਹੀ ਹੈ। ਔਰ ਫਲਸਤੀਨ ਵੀ ਐਜ਼ ਏ ਨੇਸ਼ਨ ਜਿਹੜੀ ਹੈ, ਬੇਸ਼ੱਕ ਅਜੇ ਡੀ ਜਿਊਰਿਸ ਉਹਨਾਂ ਦੀ ਜਿਹੜੀ ਹੈ, ਜਾਂ ਡੀ ਫੈਕਟੋ, ਦੋਨੋਂ ਹੀ ਵਿਚਾਰੇ ਨਹੀਂ ਹੈ ਕੁਝ ਵੀ, ਉਹਨੂੰ ਤਾਂ ਇੱਕ ਕੈਂਪ ਬਣਾਇਆ ਹੋਇਆ, ਲੇਕਿਨ ਅਲਟੀਮੇਟਲੀ ਇਹ ਜਿਹੜਾ ਇੱਕ ਪੋਜ਼ਿਟਿਵ ਸਟੈਪ ਹੈ। ਔਰ ਅਸੀਂ ਫਲਸਤੀਨੀ ਲੋਕਾਂ ਲਈ, ਉਹਨਾਂ ਦੇ ਨੇਸ਼ਨ ਲਈ ਵੀ ਸ਼ੁਭ ਕਾਮਨਾ ਦਿੰਦੇ। ਔਰ ਸਰਟਨਲੀ ਅਸੀਂ ਕੋਈ ਇਜ਼ਰਾਈਲ ਦੀ ਉਹਨਾਂ ਨਾਲ ਕੀਤੇ ਸਲੂਕ ਕਰਕੇ ਵਿਰੋਧ ਕਰਦੇ ਹਾਂ। ਅਦਰਵਾਈਜ਼ ਅਸੀਂ ਹਮੇਸ਼ਾ ਇਜ਼ਰਾਈਲ ਨੂੰ ਐਜ਼ ਏ ਰੋਲ ਮਾਡਲ ਸਟੇਟ ਦੇਖਦੇ ਹਾਂ ਕਿ ਜਿਵੇਂ ਇਜ਼ਰਾਈਲ ਨੇ ਪਿਛਲੇ ਆਲਮੋਸਟ 65-66 ਸਾਲ ਦੇ ਵਿੱਚ ਤਰੱਕੀ ਦੀਆਂ ਬੁਲੰਦੀਆਂ ਛੋਈਆਂ ਨੇ। ਅਸੀਂ ਸਮਝਦੇ ਹਾਂ ਵੀ ਯਹੂਦੀਆਂ ਦਾ ਹੱਕ ਹੈ ਕਿ ਇਜ਼ਰਾਈਲ ਦੇਸ਼, ਉਹਨਾਂ ਦੀ ਆਪਣੀ ਹੋਂਦ, ਸਰਵਾਈਵਲ 2000 ਸਾਲ ਬਾਅਦ ਉਹਨਾਂ ਦਾ ਘਰ ਬਣੇ। ਪਰ ਇਹਦੇ ਨਾਲ ਫਲਸਤੀਨੀਆਂ ਦਾ ਵੀ ਹੱਕ ਹੈ ਕਿ ਉਹ ਆਪਣਾ ਨੇਸ਼ਨ ਲੈਣ, ਔਰ ਇਜ਼ਰਾਈਲ ਔਰ ਫਲਸਤੀਨ ਨਾਲ ਐਗਜ਼ਿਸਟ ਕਰ ਸਕਦੇ ਨੇ। ਜਦੋਂ ਵੀ ਕੋਈ ਜਿਹੜਾ ਦੂਰ ਤੱਕ ਦੇਖਣ ਵਾਲਾ ਸਟੇਟਸਮੈਨ ਆਏਗਾ, ਇਹ ਦੋਨੋਂ ਦੇਸ਼ ਜਿਹੜੇ ਨੇ ਉਹ ਐਟ ਪੀਸ
ਇੱਕ ਦੂਜੇ ਦੇ ਨਾਲ ਜਿਹੜਾ ਹੈ ਉਹ ਰਹਿ ਸਕਣਗੇ ਔਰ ਸਰਵਾਈਵ ਕਰਨਗੇ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਨਾਲ ਲੈਣੇ ਆ ਬ੍ਰੇਕ। ਵਿਊਅਰਸ, ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ।